ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਬਾਬਾ ਨੰਸੋਹਣਾ ਦੇ ਬਚਨ ਵਾ ਕਿ ਕਿਸੇ ਵੀ ਪ੍ਰਾਣੀ ਨੂੰ ਤਦ ਤੱਕ ਜਿਹੜਾ ਹੈਗਾ ਉਹ ਸਜ਼ਾ ਨਹੀਂ ਮਿਲਦੀ ਜਦ ਤੱਕ ਉਹਦਾ ਕਸੂਰ ਨਾ ਹੋਵੇ। ਬਿਨਾਂ ਕਸੂਰ ਤੋਂ ਕਦੀ ਸਜ਼ਾ ਪਰਮੇਸ਼ਰ ਨਹੀਂ ਦਿੰਦਾ, ਚਾਹੇ ਇਹ ਜਿਹੜਾ ਕਸੂਰ ਆ ਨਾ ਉਹ ਪਿਛਲੇ ਜਨਮ ਦਾ ਹੀ ਕਿਉਂ ਨਾ ਹੋਵੇ। ਸੋ ਇਹ ਧੰਨ ਧੰਨ ਮਹਾਂਪੁਰਖ ਬਾਬਾ ਨੰਸੋਹਣੀ ਸੰਗਤਾਂ ਨੂੰ ਅਕਸਰ ਦੱਸਦੇ ਹੁੰਦੇ ਸੀ। ਸੋ ਇਸ ਤਰ੍ਹਾਂ ਬਾਬਾ ਹਰਨਾਮ ਸੋਹਣੀ ਇੱਕ ਵਾਰ ਉਹਨਾਂ ਦੇ ਪਾਸ 2-3 ਪ੍ਰੇਮੀ ਬੈਠੇ ਸੀ, ਇਸੇ ਹੀ ਵਿਸ਼ੇ ਦੇ ਉੱਤੇ ਵਿਚਾਰ ਚੱਲ ਰਹੀ ਸੀ। ਸੋ ਬਾਬਾ ਹਰਨਾਮ ਸੋਹਣੀ ਆਪਣੇ ਜਿਹੜੇ 2-3 ਪ੍ਰੇਮੀ ਸੀ ਉਹਨਾਂ ਨੂੰ ਕਹਿ ਰਹੇ ਸੀ, ਕਹਿੰਦੇ ਭਾਈ ਗੁਰਬਾਣੀ ਦਾ ਪਾਠ ਕਰਿਆ ਕਰੋ ਅਤੇ ਗੁਰਬਾਣੀ ਦੇ ਵਿੱਚ ਜੋ ਵੀ ਜਿਹੜੀਆਂ ਵਿਚਾਰਾਂ ਦੱਸੀਆਂ ਉਹਦੇ ਉੱਤੇ ਪਹਿਰਾ ਦਿਆ ਕਰੋ। ਸੋ ਜਿਹੜੀਆਂ ਗੱਲਾਂ ਸਾਨੂੰ ਗੁਰੂ ਸਾਹਿਬਾਨ ਨੇ ਦੱਸੀਆਂ ਹੈ ਉਸ ਨੂੰ ਜੀਵਨ 'ਚ ਅਪਣਾਇਆ ਕਰੋ, ਅਤੇ ਜਿਹੜੀਆਂ ਛੱਡਣ ਵਾਸਤੇ ਦਿੱਤੀਆਂ ਉਹਨੂੰ ਛੱਡ ਦਿਓ, ਕਿਉਂਕਿ ਚੰਗੀਆਂ ਗੱਲਾਂ ਕਰਨ ਦੇ ਨਾਲ ਚੰਗੇ ਕਰਮ ਬਣ ਜਾਂਦੇ ਆ ਅਤੇ ਮਾੜੀਆਂ ਗੱਲਾਂ ਨੂੰ ਇਸਤੇਮਾਲ ਕਰਨ ਦੇ ਨਾਲ ਮਾੜੇ ਕਰਮ ਬਣ ਜਾਂਦੇ ਆ। ਇਸ ਕਰਕੇ ਚੰਗੇ ਅਤੇ ਮਾੜੇ ਕਰਮ ਬਣਾਉਣੇ ਪ੍ਰਾਣੀ ਦੇ ਆਪਣੇ ਹੱਥ ਵੱਸ ਵਾ, ਪਰ ਮਾੜੇ ਕਰਮਾਂ ਦੀ ਜਿਹੜੀ ਸਜ਼ਾ ਹੈਗੀ ਆ ਉਹ ਪ੍ਰਾਣੀ ਨੂੰ ਫਿਰ ਭੁਗਤਣੀ ਪੈਂਦੀ ਆ ਦੁੱਖਾਂ ਦੇ ਰੂਪ ਦੇ ਵਿੱਚ, ਅਤੇ ਚੰਗੇ ਕਰਮਾਂ ਦੀ ਸਜ਼ਾ ਉਹ ਪ੍ਰਾਣੀ ਨੂੰ ਸੁੱਖਾਂ ਦੇ ਰੂਪ ਦੇ ਵਿੱਚ ਭੁਗਤਣੀ ਪੈਂਦੀ ਆ। ਜਦ ਇਹ ਧਾਤਕ ਵਚਨ ਬਾਬਾ ਹਰਨਾਮ ਸੋਹਣੀ ਜਿਹੜੇ ਸੀ ਪ੍ਰੇਮੀਆਂ ਨਾਲ ਕਰ ਰਹੇ ਸੀ, ਉਹਨਾਂ ਦੇ ਵਿੱਚ ਇੱਕ ਨਾ ਸਰਦਾਰ ਦਇਆ ਸਿੰਘ ਜਿਹੜੇ ਸੀਗੇ ਉਹ ਵੀ ਕਹਿੰਦੇ ਅਸੀਂ ਬੈਠੇ ਹੋਏ ਸੀ। ਜਦੋਂ ਬਾਬਾ ਜੀ ਅਚਨਚੇਤ ਇਸ ਤਰ੍ਹਾਂ ਦੇ ਵਚਨ ਕਰ ਰਹੇ ਸੀ ਅਤੇ ਭਾਈ ਦਇਆ ਸੋਹਣੀ ਕਹਿਣ ਲੱਗੇ ਕਿ ਮੈਂ ਵਿੱਚੋਂ ਬੋਲ ਉੱਠਿਆ। ਮੈਂ ਕਹਿੰਦੇ ਮਹਾਂਪੁਰਖਾਂ ਨੂੰ ਆਖਿਆ ਕਿ ਬਾਬਾ ਜੀ ਤੁਸੀਂ ਵਾਰ-ਵਾਰ ਇਹੀ ਜ਼ੋਰ ਦਿੰਦੇ ਆ ਕਿ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈਗਾ, ਚੰਗੇ ਕਰਮ ਕਰਨੇ ਚਾਹੀਦੇ, ਸਭ ਕੁਝ ਕਰਨਾ ਚਾਹੀਦਾ। ਭਾਈ ਦਇਆ ਸੋਹਣੀ ਬਾਬਾ ਹਰਨਾਮ ਸੋਹਣਾ ਨੂੰ ਕਹਿਣ ਲੱਗੇ ਕਿ ਮੈਂ ਉਹ ਵੀ ਬੰਦੇ ਦੇਖੇ ਆ ਜਿਨ੍ਹਾਂ ਨੇ ਆਪ ਜੀ ਦੇ ਪਾਸੋਂ ਅੰਮ੍ਰਿਤ ਵੀ ਛਕਿਆ, ਗੁਰਬਾਣੀ ਵੀ ਪੜ੍ਹਦੇ, ਕੀਰਤਨ ਵੀ ਕਰਦੇ ਆ, ਪਰ ਫਿਰ ਵੀ ਉਹ ਦੁਖੀ ਹੈਗੇ ਆ, ਕਿਵੇਂ ਰੀਂਗ ਕੇ ਤੁਰਦੇ ਹੈਗੇ ਆ। ਲੇਕਿਨ ਮੈਂ ਨਹੀਂ ਮੰਨਦਾ ਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਜਾਂ ਅੰਮ੍ਰਿਤ ਛਕਣ ਦੇ ਨਾਲ ਕਿਸੇ ਦੇ ਜਿਹੜੇ ਦੁੱਖ ਉਹ ਦੂਰ ਹੋ ਜਾਂਦੇ ਆ। ਜਦੋਂ ਇਸ ਤਰ੍ਹਾਂ ਭਾਈ ਦਇਆ ਸਿੰਘ ਹੁਣੀ ਕਹਿਣ ਲੱਗੇ ਕਿ ਮੈਂ ਬਾਬਾ ਜੀ ਦੇ ਨਾਲ ਭਜਨ ਕੀਤੇ, ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਜਿਹੜੇ ਮਾੜੇ ਕਰਮ ਅਸੀਂ ਕੀਤੇ ਆ ਪਿਛਲੇ ਜਨਮਾਂ ਦੇ ਵਿੱਚ, ਉਹ ਮਾੜੇ ਕਰਮ ਜਿਹੜੇ ਗੁਰਬਾਣੀ ਪੜ੍ਹਨ ਦੇ ਨਾਲ ਕੱਟੇ ਜਾਂਦੇ ਆ। ਪਰਮੇਸ਼ਰ ਦੀ ਉਸਤਤੀ ਕਰਨ ਦੇ ਨਾਲ ਉਹ ਜਿਹੜਾ ਆਦਮੀ ਹੈਗਾ ਇਹਨਾਂ ਕਰਮਾਂ ਤੋਂ ਰਹਿਤ ਹੋ ਜਾਂਦਾ। ਅਤੇ ਦੂਸਰੀ ਗੱਲ ਇਹ ਹੈਗੀ ਆ ਕਿ ਅਗਰ ਕੋਈ ਆਦਮੀ ਦੁਖੀ ਆ, ਉਹ ਬਾਣੀ ਪੜ੍ਹਦਾ, ਕੀਰਤਨ ਵੀ ਕਰਦਾ ਹੈਗਾ, ਪਰ ਅਗਰ ਉਹ ਗੁਰਬਾਣੀ ਪੜ੍ਹਦਾ, ਪਾਠ ਕਰਦਾ, ਸੇਵਾ ਕਰਦਾ, ਅਤੇ ਉਸ ਨੂੰ ਵਾਹਿਗੁਰੂ ਜਿਹੜੇ ਆ ਉਹਦੇ ਦੁੱਖ ਆ ਉਹਨਾਂ ਨੂੰ ਸਹਿਣ ਦੀ ਸ਼ਕਤੀ ਦੇ ਦਿੰਦੇ ਆ। ਜਦ ਇਹ ਆਦਿਕ ਵਿਚਾਰਾਂ ਜਿਹੜੀਆਂ ਚੱਲ ਰਹੀਆਂ ਸੀ ਅਤੇ ਭਾਈ ਦਇਆ ਸੋਹਣੀ ਕਹਿਣ ਲੱਗੇ ਕਿ ਮੈਂ ਮਹਾਂਪੁਰਖਾਂ ਦੇ ਬਚਨਾਂ ਦੀ ਵਿਰੋਧਤਾ ਕਰ ਰਿਹਾ ਸੀਗਾ, ਅਤੇ ਇਹਨਾਂ ਵਿਰੋਧਤਾ ਤੋਂ ਕਹਿੰਦੇ ਵੀ ਜਿਹੜੇ ਨਾਲ ਦੇ ਪ੍ਰੇਮੀ ਸੀ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਕਿਵੇਂ ਇੱਕ ਜੱਟ ਨੇ ਜਿਹੜੇ ਆ ਉਹ ਚੱਲਦੇ ਖੂਹ ਦੀ ਟਿੰਡ ਦੇ ਵਿੱਚ ਕਾਨਾ ਫਸਾ ਦਿੱਤਾ ਹੋਵੇ। ਕਹਿੰਦੇ ਇਹ ਆਦਿਕ ਜਦੋਂ ਗੱਲ ਹੋਈ ਅਤੇ ਬਾਬਾ ਜੀ ਵੀ ਕਹਿੰਦੇ ਤਾੜ ਗਏ ਵੀ ਇਹ ਜਿਹੜਾ ਆਦਮੀ ਹੈਗਾ ਦਇਆ ਸਿੰਘ ਹੋਣੀ, ਇਹ ਨਾਲ ਦੇ ਜਿਹੜੇ 2-3 ਪ੍ਰੇਮੀ ਆ ਜਿਨ੍ਹਾਂ ਦਾ ਮਨ ਗੁਰਬਾਣੀ ਨਾਲ ਜੁੜਿਆ ਹੈਗਾ, ਉਹਨਾਂ ਨੂੰ ਵੀ ਨਾਸਤਕਾਂ ਵੱਲ ਧੱਕ ਰਿਹਾ ਹੈ। ਇਸ ਕਰਕੇ ਬਾਬਾ ਹਰਨਾਮ ਸੋਹਣੀ ਨੇ ਭਾਈ ਦਇਆ ਸਿੰਘ ਨੂੰ ਆਖਿਆ, ਕਹਿੰਦੇ ਵੀ ਤੂੰ ਜਿਹੜੀ ਹੈਗੀ ਸਿੱਧੀ ਗੱਲ ਕਰ, ਤੂੰ ਦੱਸ ਵੀ ਕਿਹਦੀ ਗੱਲ ਕਰਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਦਇਆ ਸਿੰਘ ਨੇ ਆਖਿਆ ਸੀਗਾ ਕਿ ਮੈਂ ਸੰਤੋਖ ਸਿੰਘ ਉਮਰਾਨ ਸ਼ਹੀਦ ਵਾਲੀ ਦੀ ਗੱਲ ਕਰਦਾ ਹੈਗਾ। ਜਦ ਕਹਿੰਦੇ ਵੀ ਇਹ ਗੱਲ ਹੋਈ ਅਤੇ ਕਹਿੰਦੇ ਫਿਰ ਮੈਂ ਬਾਬਾ ਜੀ ਨੇ ਇਹ ਵੀ ਜਿਹੜਾ ਸੀ ਸਿੱਧਾ ਕਹਿ ਤਾ। ਮੈਂ ਕਿਹਾ ਦੇਖੋ ਬਾਬਾ ਜੀ, ਸੰਤੋਖ ਸਿੰਘ ਨੇ ਆਪ ਜੀ ਦੇ ਪਾਸੋਂ ਹੀ ਅੰਮ੍ਰਿਤ ਛਕਿਆ ਹੈਗਾ, ਉਹ ਪਾਠ ਵੀ ਕਰਦਾ ਗੁਰਬਾਣੀ ਦਾ ਅਤੇ ਕੀਰਤਨ ਵੀ ਕਰ ਲੈਂਦਾ ਹੈਗਾ, ਪਰ ਫਿਰ ਵੀ ਦੇਖੋ ਕਿਵੇਂ ਉਹ ਤੁਰਨ ਦੇ ਸਮੇਂ ਕਿੰਨੀ ਦੁੱਖ ਤਕਲੀਫ ਮਹਿਸੂਸ ਕਰਦਾ ਹੈਗਾ। ਉਹ ਵੀ ਜਿਹੜਾ ਹੈਗਾ ਉਹ ਲੱਕ ਨੂੰ ਕਿਵੇਂ ਘੜੀਸ ਕੇ ਤੁਰਦਾ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਹੋਏ, ਕਹਿੰਦੇ ਬਾਬਾ ਜੀ ਨੇ ਮੇਰੇ ਵੱਲ ਥੋੜ੍ਹੀ ਜਿਹੀ ਕਹਿੰਦੇ ਗਹਿਰੀ ਨਿਗਾਹ ਨਾਲ ਤੱਕਿਆ, ਤਾਕੇ ਕਹਿੰਦੇ ਚੁੱਪ ਕਰ ਗਏ। ਚੁੱਪ ਕਰਕੇ ਕਹਿੰਦੇ ਫਿਰ ਮੈਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਕਹਿੰਦੇ ਅਸੀਂ ਗੱਲ ਤਾਂ ਨਹੀਂ ਸੀ ਕਰਨੀ ਚਾਹੁੰਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਆਦਮੀ ਦੇ ਪਿਛਲੇ ਕਰਮਾਂ ਦਾ ਪਰਦਾ ਚੱਕਿਆ ਜਾਵੇ, ਪਰ ਤੇਰੀ ਗੱਲ ਨੇ ਕਹਿੰਦੇ ਸਾਨੂੰ ਮਜਬੂਰ ਕਰ ਦਿੱਤਾ ਹੈਗਾ ਕਿ ਜਿਹੜੇ 2-3 ਪ੍ਰੇਮੀ ਬੈਠੇ ਸੀ ਜਿਨ੍ਹਾਂ ਨੇ ਕਹਿੰਦੇ ਗੁਰਬਾਣੀ ਨਾਲ ਜੋੜਨਾ ਸਿਖਾਇਆ ਨੇ ਬਚਨਾਂ ਦੇ ਦੁਆਰਾ, ਪਰ ਤੇਰੀ ਕੀਤੀ ਗੱਲ ਦੇ ਨਾਲ ਉਹਨਾਂ ਦਾ ਮਨ ਵੀ ਜਿਹੜਾ ਹੈ ਨਾ ਉਹ ਇਸ ਟਾਈਮ ਗੁਰਬਾਣੀ ਤੋਂ ਉਪਰਾਮ ਹੋਣ ਵਾਲਾ ਹੈ। ਇਸ ਕਰਕੇ ਬਾਬਾ ਜੀ ਨੇ ਆਖਿਆ ਸੀਗਾ ਕਿ ਭਾਈ ਸਾਨੂੰ ਹੁਣ ਭਾਈ ਸੰਤੋਖ ਸਿੰਘ ਉਮਰਾਮ ਸ਼ਹੀਦ ਵਾਲੀ ਦੀ ਗੱਲ ਕਰਨੀ ਹੀ ਪੈਣੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਦਇਆ ਸਿੰਘ ਕਹਿਣ ਲੱਗੇ ਕਿ ਦੱਸੋ ਅਸੀਂ ਇਹੀ ਚਾਹੁੰਦੇ ਹਾਂ ਵੀ ਉਹਦਾ ਕੀ ਕਸੂਰ ਹੈਗਾ। ਇਹ ਇੰਨੀ ਗੱਲ ਵੀ ਬਾਬਾ ਜੀ ਕਹਿਣ ਲੱਗੇ ਕਿ ਭਾਵੇਂ ਹੁਣ ਉਹਦਾ ਕੋਈ ਕਸੂਰ ਨਹੀਂ, ਪਰ ਪਿਛਲੇ ਜਨਮ ਦਾ ਉਹਦਾ ਕਸੂਰ ਹੈਗਾ,
ਕੀ ਤੂੰ ਪਿਛਲੇ ਜਨਮ ਦਾ ਤਾਂ ਦੱਸ ਸਕਦਾ ਹੈਗਾ ਕਿ ਉਹਦਾ ਕੀ ਕਸੂਰ ਆ। ਜਦ ਇੰਨੀ ਗੱਲ ਹੋਈ ਤਾਂ ਭਾਈ ਦਇਆ ਸਿੰਘ ਹੁਣ ਕਹਿਣ ਲੱਗੇ ਅਸੀਂ ਚੁੱਪ ਕਰ ਗਏ। ਅਸੀਂ ਬਾਬਾ ਜੀ ਨੂੰ ਆਖਿਆ ਜੀ ਅਸੀਂ ਪਿਛਲੇ ਜਨਮ ਦਾ ਤਾਂ ਨਹੀਂ ਦੱਸ ਸਕਦੇ, ਪਰ ਹਾਂ ਤੁਸੀਂ ਦੱਸ ਸਕਦੇ ਆ। ਬਾਬਾ ਜੀ ਕਹਿਣ ਲੱਗੇ ਵੀ ਗੱਲ ਇੱਕ ਹੈਗੀ ਆ, ਹੁਣ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਆ ਜਿਹੜੇ ਪ੍ਰੇਮੀ ਬੈਠੇ ਆ ਪਹਿਲਾਂ ਗੁਰਬਾਣੀ ਦੇ ਵਚਨ ਸੁਣਦੇ ਆ, ਇਹਨਾਂ ਦੀ ਜਿਹੜੀ ਅੰਦਰ ਮਨ ਦਾ ਟਿਕਾਓ ਹੈ ਉਹਦੇ ਵਿੱਚ ਵਿਘਨ ਨਾ ਪਵੇ, ਇਸ ਕਰਕੇ ਸਾਨੂੰ ਹੁਣ ਗੱਲ ਕਰਨੀ ਪੈਣੀ ਆ। ਫਿਰ ਬਾਬਾ ਹਰਨਾਮ ਸਿੰਘ ਹੁਣਾਂ ਨੇ ਦੱਸਿਆ ਸੀਗਾ ਉਹਦੇ ਵਿੱਚ ਕਿ ਜਿਹੜੇ ਸੰਤੋਖ ਸਿੰਘ ਸੀ ਨਾ ਭਾਈ, ਇਹਨਾਂ ਦਾ ਪਿਛਲਾ ਜਨਮ ਵੀ ਜਿਹੜਾ ਸੀਗਾ ਉਹ ਮਨੁੱਖਾ ਦੇਹੀ ਦਾ ਸੀਗਾ। ਇੱਕ ਵਾਰ ਦੱਸਦੇ ਆ ਕਿ ਜਦ ਇਹ ਘਰ ਦੇ ਵਿੱਚ ਰੋਟੀ ਖਾਣ ਲੱਗੇ, ਰੋਟੀ ਖਾਣ ਦੇ ਸਮੇਂ ਇਹ ਜਿਹੜੀ ਥਾਲੀ ਸੀਗੀ ਰੋਟੀ ਵਾਲੀ, ਇਹ ਬਾਹਰ ਮੰਜੇ 'ਤੇ ਰੱਖ ਕੇ ਜਿਉਂ ਹੀ ਰਸੋਈ ਦੇ ਅੰਦਰੋਂ ਕੋਈ ਚੀਜ਼ ਲੈਣ ਗਏ ਅਤੇ ਬਾਹਰੋਂ ਇੱਕ ਕੁੱਤਾ ਆਇਆ। ਉਹਨੇ ਦੇਖਿਆ ਕਿ ਥਾਲੀ ਰੋਟੀ ਦੀ ਪਈ ਆ, ਬੰਦਾ ਕੋਈ ਨਹੀਂ। ਉਹ ਕੁੱਤੇ ਨੇ ਕੀ ਕੀਤਾ, ਮਾਲਕ ਜਿਹੜੀ ਆ ਰੋਟੀ ਉਹ ਥਾਲੀ ਦੇ ਵਿੱਚੋਂ ਚੱਕ ਕੇ ਬਾਹਰ ਜਾ ਕੇ ਉਹ ਲੈ ਗਿਆ ਅਤੇ ਉੱਥੇ ਉਹਨੇ ਖਾਣੀ ਸ਼ੁਰੂ ਕਰ ਦਿੱਤੀ। ਜਦ ਖਾਣੀ ਸ਼ੁਰੂ ਕਰਤੀ, ਇੱਧਰੋਂ ਹੁਣ ਸੰਤੋਖ ਸਿੰਘ ਜਿਹੜਾ ਸੀ ਪਿਛਲੇ ਜਨਮ ਦੇ ਵਿੱਚ ਜਦ ਆਪਣੇ ਮੰਜੇ ਪਾਸ ਆਇਆ ਅਤੇ ਇਹਨੇ ਦੇਖਿਆ ਵੀ ਥਾਲੀ ਵਿੱਚ ਰੋਟੀ ਨਹੀਂ, ਰੋਟੀ ਕਿੱਧਰ ਗਈ ਆ। ਜਦ ਇਹ ਬਾਹਰ ਦੇਖਿਆ ਤਾਂ ਕੀ ਦੇਖਿਆ, ਇੱਕ ਜਗ੍ਹਾ ਨਾ ਕੁੱਤਾ ਬੜੇ ਆਰਾਮ ਨਾਲ ਰੋਟੀ ਖਾਂਦਾ ਸੀ। ਜਦ ਆਰਾਮ ਨਾਲ ਰੋਟੀ ਖਾਂਦਾ ਸੀ ਅਤੇ ਸੰਤੋਖ ਸਿੰਘ ਨੂੰ ਸਮਝ ਜੇ ਡੇਰ ਨਹੀਂ ਲੱਗੀ, ਇਹਨੂੰ ਇੰਨਾ ਗੁੱਸਾ ਆਇਆ, ਕ੍ਰੋਧ ਉਸ ਕੁੱਤੇ ਦੇ ਉੱਤੇ। ਇਹਨੇ ਉਸੇ ਟਾਈਮ ਇੱਕ ਭਾਰੀ ਡਾਂਗ ਚੱਕ ਕੇ ਕੁੱਤੇ ਦੇ ਲੱਕ 'ਤੇ ਇਹਨੇ ਜ਼ੋਰ ਨਾਲ ਮਾਰੀ ਕਿ ਉਹ ਤਾਂ ਕੁੱਤੇ ਦਾ ਲੱਕ ਤੋੜ ਦਿੱਤਾ। ਜਦ ਕੁੱਤੇ ਦਾ ਲੱਕ ਤੋੜ ਦਿੱਤਾ, ਬਸ ਫੇਰ ਕੀ ਸੀ, ਉਹ ਕੁੱਤਾ ਜਿਹੜਾ ਸੀ ਉਹ ਚੀਂ ਕਰਦਾ ਜਿਹੜਾ ਸੀ ਇੱਕ ਪਾਸੇ ਨੂੰ ਡਿੱਗ ਪਿਆ। ਪਰ ਉਸ ਤੋਂ ਬਾਅਦ ਉਹ ਜਿਹੜਾ ਕੁੱਤਾ ਸੀ ਜਿਹਦਾ ਲੱਕ ਤੋੜਿਆ ਸੀ ਨਾ ਭਾਈ ਸੰਤੋਖ ਸਿੰਘ ਹੁਣਾਂ ਨੇ, ਉਹ ਕੁੱਤਾ ਜਦ ਤੱਕ ਜੀਂਦਾ ਰਿਹਾ ਤਦ ਤੱਕ ਮੂਹਰਲੀਆਂ ਲੱਤਾਂ ਦੇ ਨਾਲ ਲੱਕ ਘੜੀਸ ਕੇ ਤੁਰਦਾ ਰਿਹਾ। ਬਸ ਇਹ ਜਿਹੜਾ ਕੋਈ ਕਰਮ ਜਿਹੜਾ ਸੀ ਭਾਈ ਸੰਤੋਖ ਸਿੰਘ ਹੁਣਾਂ ਨੇ ਪਿਛਲੇ ਜਨਮ 'ਚ ਕੀਤਾ ਸੀਗਾ, ਬਸ ਉਹ ਕਰਮ ਜਿਹੜਾ ਸੀਗਾ ਉਹ ਪਾਪ ਫਲ ਬਣ ਕੇ ਹੁਣ ਇਸ ਜਨਮ ਦੇ ਵਿੱਚ ਭਾਈ ਸੰਤੋਖ ਸਿੰਘ ਹੁਣਾਂ ਦਾ ਲੱਕ ਨੂੰ ਵੀ ਇਹ ਜਿਹੜੀ ਆ ਉਹ ਬਿਮਾਰੀ ਲੱਗ ਗਈ ਆ, ਜਿਸ ਕਰਕੇ ਭਾਈ ਸੰਤੋਖ ਸਿੰਘ ਹੁਣਾਂ ਦਾ ਲੱਕ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੋ ਗਿਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੁੱਤਾ ਦੇ ਉੱਤੇ ਡਾਂਗ ਮਾਰੀ ਸੀ ਉਹਦਾ ਲੱਕ ਟੁੱਟਾ ਸੀਗਾ। ਸੋ ਇਹ ਪਿਛਲੇ ਕਰਮ ਦਾ ਬੀਜਿਆ ਹੋਇਆ ਹੀ ਕਰਮ ਹੈਗਾ ਜਿਹੜਾ ਹੁਣ ਭਾਈ ਸੰਤੋਖ ਸਿੰਘ ਹੁਣਾਂ ਨੂੰ ਵੱਢਣਾ ਪੈ ਰਿਹਾ ਹੈਗਾ। ਜਦ ਬਾਬਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਫਿਰ ਭਾਈ ਦਇਆ ਸਿੰਘ ਕਹਿਣ ਲੱਗੇ ਕਿ ਮੈਂ ਚੁੱਪ ਕਰ ਗਿਆ ਕਿਉਂ ਮੇਰੇ ਪਾਸ ਕੋਈ ਜਵਾਬ ਨਹੀਂ ਸੀ। ਪਰ ਇਹਨਾਂ ਬਚਨਾਂ ਦੇ ਨਾਲ ਅਸੀਂ ਸਾਰੇ ਜਿਹੜੇ ਸੀਗੇ ਉਹ ਸੁੰਨ ਹੋ ਗਏ ਸੀ ਮਹਾਂਪੁਰਖਾਂ ਦਾ ਬਚਨ ਸੁਣਨ ਦੇ ਨਾਲ। ਸੋ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਵੀ ਗੱਲ ਇੱਕ ਹੈਗੀ ਆ, ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਹੈ ਕਿ ਜਿਹਾ ਬੀਜੇ ਸੋ ਲੋਣੇ ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਖਾਓ, ਅਤੇ ਹੋਰ ਵੀ ਅਨੇਕਾਂ ਪ੍ਰਮਾਣਾਂ ਦੇ ਨਾਲ ਕਹਿੰਦੇ ਸਾਨੂੰ ਮਹਾਂਪੁਰਖਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਨੈ ਬਲੰਬੰਗ ਧਰਮੰਗ ਬਲੰਬ ਪਾਪੇ। ਕਹਿੰਦੇ ਵੀ ਧਰਮ ਨੂੰ ਕਮਾਉਣ ਦੇ ਵਾਸਤੇ ਬਲੰਬ ਡੇਰ ਨਾ ਕਰੋ, ਪਰ ਹਾਂ ਅਗਰ ਕੋਈ ਸਾਡੇ ਕੋਲ ਪਾਪ ਹੋਣਾ ਹੈ, ਪਾਪ ਕਰਨ ਤੋਂ ਪਹਿਲਾਂ ਡੇਰ ਕਰੋ, ਸੋਚੋ ਕਿ ਜਿਹੜਾ ਮੈਂ ਕਰਮ ਕਰਨ ਲੱਗਾ ਹੈ ਕਿਸ 'ਤੇ ਪਾਪ ਬਣ ਕੇ ਮੇਰੇ ਨਾਲ ਜੁੜ ਤਾਂ ਨਹੀਂ ਜਾਵੇਗਾ। ਅਗਰ ਇਹ ਪਾਪ ਬਣ ਕੇ ਜੁੜ ਗਿਆ, ਜਦ ਤੱਕ ਇਹ ਪਾਪ ਨੂੰ ਅਸੀਂ ਭੋਗਾਂਗੇ ਨਹੀਂ ਤਦ ਤੱਕ ਇਹ ਜਿਹੜਾ ਪਾਪ ਕਲੰਕ ਹੈਗਾ ਇਹ ਸਾਡੇ ਸਿਰੋਂ ਨਹੀਂ ਲੈਣਾ ਹੈਗਾ, ਚਾਹੇ ਇਹ ਜਿਹੜਾ ਪਾਪ ਕਰਮ ਦਾ ਕਲੰਕ ਹੈਗਾ ਸਾਨੂੰ ਅਗਲੇ ਜਨਮ ਦੇ ਵਿੱਚ ਭੁਗਤਣਾ ਪਵੇਗਾ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਦੱਸਿਆ ਸੀਗਾ ਕਿ ਸੰਤੋਖ ਸਿੰਘ ਹੁਣਾਂ ਨੇ ਚਾਹੇ ਇਹ ਕਰਮ ਆਪਣੇ ਪਿਛਲੇ ਜਨਮ 'ਚ ਕੀਤਾ ਸੀਗਾ, ਪਰ ਹੁਣ ਉਹਨੇ ਅੰਮ੍ਰਿਤ ਛਕ ਲਿਆ ਹੈਗਾ, ਗੁਰਬਾਣੀ ਦਾ ਪਾਠ ਕਰਦੇ ਕੀਰਤਨ ਕਰਦੇ ਆ। ਪਰ ਦੇਖੋ ਵਾਹਿਗੁਰੂ ਨੇ ਉਹਨਾਂ ਨੂੰ ਇਹ ਸਹਿਣ ਦੀ ਸ਼ਕਤੀ ਵੀ ਦੇ ਦਿੱਤੀ ਆ ਕਿ ਅਗਰ ਉਹ ਟੁੱਟੇ ਹੁੰਦੇ, ਜੋ ਦੁੱਖ ਉਹਨਾਂ ਦੇ ਸਰੀਰ ਦੇ ਉੱਤੇ ਅੱਜ ਚੱਲ ਰਿਹਾ ਹੈਗਾ, ਸ਼ਾਇਦ ਉਹ ਦੁੱਖ ਜਿਹੜਾ ਉਹ ਝੱਲ ਨਾ ਸਕਦੇ, ਪਰ ਹੁਣ ਉਹਨਾਂ ਦੇ ਅੰਦਰ ਸੰਤੋਖ ਆ ਗਿਆ ਹੈਗਾ, ਧੀਰਜ ਆ ਗਈ ਹੈਗੀ। ਇਸ ਕਰਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਵੀ ਇਸ ਕਰਮ ਨੂੰ ਉਹ ਪਰਮੇਸ਼ਰ ਦੇ ਸ਼ੁਕਰੀਏ ਵਿੱਚ ਬਤੀਤ ਕਰ ਰਿਹਾ। ਜਦ ਇਹੋ ਜਿਹੇ ਜਿਹੜੇ ਬਚਨ ਸੀਗੇ ਮਹਾਂਪੁਰਖਾਂ ਨੇ ਸਾਰੀ 2-3 ਪ੍ਰੇਮੀਆਂ ਦੇ ਵਿੱਚ ਭਾਈ ਦਇਆ ਸਿੰਘ ਹੁਣਾਂ ਨੇ ਕੀਤੇ ਸੀ। ਫਿਰ ਭਾਈ ਦਇਆ ਸਿੰਘ ਕਹਿੰਦੇ ਸੀਗੇ ਕਿ ਮੈਂ ਇਹ ਬਚਨ ਸੁਣ ਕੇ ਫਿਰ ਚੁੱਪ ਕਰ ਗਿਆ ਸੀਗਾ। ਫਿਰ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਭਾਈ ਅਸਲ ਦੇ ਵਿੱਚ ਪਰਮੇਸ਼ਰ ਕਿਸੇ ਨੂੰ ਦੁਖੀ ਨਹੀਂ ਕਰਦਾ ਹੈਗਾ। ਅਗਰ ਕਿਸੇ ਪ੍ਰਾਣੀ ਨੂੰ ਕੋਈ ਦੁੱਖ ਹੁੰਦਾ ਹੈਗਾ ਤਾਂ ਉਹ ਦੁੱਖ ਉਹਦੇ ਪਿਛਲੇ ਕਰਮਾਂ ਦਾ ਹੀ ਹੈ। ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਦੱਦਾ ਦੋਸ਼ ਨਾ ਦਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਸੋ ਇਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ ਅਤੇ ਨਾਲ ਦੇ ਪ੍ਰੇਮੀਆਂ ਦੀ ਪੂਰਨ ਤਸੱਲੀ ਬਾਬਾ ਜੀ ਨੇ ਕਰਾਤੀ ਸੀ। ਇਸੇ ਤਰ੍ਹਾਂ ਨਾ ਇੱਕ ਹਰੀ ਸਿੰਘ ਹੋਇਆ ਪੁੱਤਰ ਡੋਗਰ ਸਿੰਘ। ਇਹ ਪਿੰਡ ਜਿਹੜਾ ਹੈ ਨਾ ਗੋਂਦਪੁਰ ਦੇ ਹੋਏ ਆ। ਇਹ ਜਿਹੜੇ ਹਰੀ ਸਿੰਘ ਸੀਗੇ ਇਹ ਏਅਰ ਫੋਰਸ ਦੇ ਵਿੱਚ ਉਹਨਾਂ ਟਾਈਮਾਂ 'ਚ 1975 ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀ। ਕਹਿੰਦੇ ਜਦੋਂ ਮੈਂ ਨੌਕਰੀ ਕਰਦਾ ਹੁੰਦਾ ਸੀ ਅਤੇ ਬਾਬਾ ਜੀ ਦੇ ਡੇਰੇ ਦੇ ਸਥਾਨ ਦੇ ਨਾਲ ਹੀ ਸਾਡੀ ਜ਼ਮੀਨ ਪੈਂਦੀ ਸੀ, ਅਤੇ ਮੈਂ ਕਹਿੰਦੀ ਨੌਕਰੀ ਦੇ ਸਮੇਂ ਨਾ ਦਸਵੰਧ ਕੱਢਦਾ ਹੁੰਦਾ ਸੀ। ਮੇਰੇ ਮਨ 'ਚ ਆਇਆ ਵੀ ਮੈਂ ਘਰ ਛੁੱਟੀ ਆਇਆ ਆਪਣੇ ਪਿੰਡ,
ਤੇ ਕਿਉਂ ਨਾ ਨਾਲੇ ਦਸਵੰਧ ਵੀ ਬਾਬਾ ਜੀ ਨੂੰ ਭੇਟਾ ਕਰਦੇ ਹਾਂ ਤੇ ਨਾਲ ਮਹਾਂਪੁਰਖਾਂ ਦੇ ਦਰਸ਼ਨ ਕਰ ਲੈਂਦੇ ਆ। ਕਹਿੰਦੇ ਇਹ ਸੋਚ ਕੇ ਜਦੋਂ ਅਸੀਂ ਕਹਿੰਦੇ ਆਪਣੀ ਜ਼ਮੀਨ ਵੱਲ ਆਏ, ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਆਏ। ਜਦੋਂ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਹਾਂ ਤੇ ਉੱਥੇ ਭਾਈ ਅਮਰ ਸਿੰਘ ਸੀਗੇ। ਕਹਿੰਦੇ ਅਸੀਂ ਉਹਨਾਂ ਨੂੰ ਫਤਿਹ ਬੁਲਾਈ ਤੇ ਭਾਈ ਅਮਰ ਸਿੰਘ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਇਸ ਟਾਈਮ ਕਿੱਧਰ ਵਾ। ਜਦ ਇੰਨੀ ਗੱਲ ਹੋਈ ਤਾਂ ਭਾਈ ਅਮਰ ਸਿੰਘ ਹੁਣੀ ਕਹਿਣ ਲੱਗੇ ਕਿ ਬਾਬਾ ਜੀ ਹੁਣੀ ਜਲ ਪਾਣੀ ਛੱਕ ਕੇ ਜਿਹੜਾ ਹੈਗਾ ਉਹ ਭਜਨ ਸਿਮਰਨ ਵਾਸਤੇ ਨਿਯਮ ਅਨੁਸਾਰ ਬੈਠ ਗਏ ਆ। ਜਦ ਇੰਨੀ ਗੱਲ ਹੋਈ ਤੇ ਫਿਰ ਕਹਿੰਦੇ ਮੇਰੇ ਮਨ ਦੇ ਵਿੱਚ ਆਇਆ ਕਿ ਬਾਬਾ ਜੀ ਹੁਣ ਭਜਨ ਸਿਮਰਨ 'ਚ ਬੈਠ ਗਏ ਆ, ਮੈਂ ਬੜੇ ਦੇਰ ਬਾਅਦ ਆਇਆ ਹੈਗਾ। ਮੇਰੇ ਮਨ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਵੀ ਕਰਨੇ ਆ, ਦਸਵੰਧ ਵੀ ਦੇਣਾ। ਹੁਣ ਇਹ ਨਹੀਂ ਪਤਾ ਕਿ ਬਾਬਾ ਜੀ ਕਦ ਭਜਨ ਸਿਮਰਨ 'ਚ ਉੱਠਣਗੇ ਅਤੇ ਕਦ ਮੈਂ ਦਰਸ਼ਨ ਕਰਾਂਗਾ। ਅਤੇ ਦੂਸਰੀ ਗੱਲ ਸਰਦਾਰ ਹਰੀ ਸਿੰਘ ਹੁਣੀ ਕਹਿੰਦੇ ਸਾਡੇ ਮਨ 'ਚ ਇਹ ਸੀਗੀ ਕਿ ਅਸੀਂ ਵਾਪਸ ਵੀ ਜਲਦੀ ਜਾਣਾ, ਇੱਕ ਦੋ ਜਗ੍ਹਾ 'ਤੇ ਹੋਰ ਵੀ ਜਾਣਾ ਹੈਗਾ ਅਤੇ ਸਵੇਰੇ ਪਹਿਲੀ ਬੱਸ ਫੜ ਕੇ ਕਹਿੰਦੇ ਫਿਰ ਮੈਂ ਜਿਹੜਾ ਹੈ ਆਪਣੀ ਨੌਕਰੀ 'ਤੇ ਵੀ ਪਹੁੰਚਣਾ ਹੈਗਾ। ਕਹਿੰਦੇ ਇਹਨਾਂ ਕਾਰਨਾਂ ਕਰਕੇ ਮੇਰੇ ਮਨ ਦੇ ਵਿੱਚ ਬੜੀ ਕਾਹਲੀ ਸੀ, ਮੈਨੂੰ ਬੜੀ ਪਰੇਸ਼ਾਨੀ ਸੀ। ਫਿਰ ਕਹਿੰਦੇ ਵੀ ਮੈਂ ਫਿਰ ਹੈ ਨਾ ਭਾਈ ਅਮਰ ਸਿੰਘ ਨੂੰ ਪੁੱਛਿਆ ਵੀ ਕੀ ਤੁਸੀਂ ਮੇਰੀ ਕਾਰਨ ਕਰਕੇ ਬਾਬਾ ਜੀ ਦਾ ਜਿਹੜਾ ਸਮਾਧੀ ਵਾਲਾ ਸਥਾਨ ਆ ਉਹਦਾ ਕੁੰਡਾ ਖੜਕਾ ਸਕਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਜਿਹੜਾ ਭਾਈ ਅਮਰ ਸਿੰਘ ਸੀ ਕਹਿੰਦੇ ਉਹਨੇ ਫਿਰ ਕਹਿੰਦੇ ਸਾਨੂੰ ਦੱਸ ਦਿੱਤਾ ਕਿ ਅਸੀਂ ਬਾਬਾ ਜੀ ਦੇ ਜਿੰਨੇ ਵੀ ਜਿਹੜੇ ਨਿਯਮ ਬਣਾਏ ਆ ਉਹਨਾਂ ਵਿੱਚ ਕੋਈ ਦਖਲ ਨਹੀਂ ਦੇ ਸਕਦੇ, ਇਸ ਕਰਕੇ ਅਸੀਂ ਮਜਬੂਰ ਹੈਗੇ ਹਾਂ। ਅਗਰ ਤੁਸੀਂ ਆਏ ਆ ਕੁਛ ਟਾਈਮ ਵੇਟ ਕਰ ਲਓ, ਪਰ ਮੈਂ ਤੁਹਾਨੂੰ ਦੱਸ ਦਿੰਦਾ ਬਾਬਾ ਜੀ ਨੇ ਤਕਰੀਬਨ ਦੁਪਹਿਰ 1 ਵਜੇ ਆਪਣੇ ਇਹ ਨਿੱਜ ਆਸਣ ਤੋਂ ਉੱਠਣਾ ਹੈਗਾ। ਉਸ ਸਮੇਂ ਤੁਸੀਂ ਆਪਣੀ ਜਿਹੜੀ ਗੱਲਬਾਤ ਆ ਉਹ ਬਾਬਾ ਜੀ ਨਾਲ ਸਾਂਝੀ ਕਰ ਸਕਦੇ। ਜਦੋਂ ਇਹ ਗੱਲ ਹੋਈ ਸੀ ਤਾਂ ਫਿਰ ਭਾਈ ਸਰਦਾਰ ਹਰੀ ਸਿੰਘ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਈ ਵੀ ਚਲੋ ਇੱਥੋਂ ਤਾਂ ਭਾਈ ਅਮਰ ਸਿੰਘ ਹੁਣਾਂ ਨੇ ਜਵਾਬ ਦਿੱਤਾ, ਹੋਵੇ ਨਾ ਕਿਸੇ ਹੋਰ ਨੂੰ ਕਹੀਏ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਬਾਹਰ ਆ ਗਏ ਕਿਉਂਕਿ ਸਾਡਾ ਮਨ ਬੜਾ ਬੇਚੈਨ ਸੀ, ਬਾਬਾ ਜੀ ਨੂੰ ਮਿਲਣ ਦੀ ਸਾਡੇ ਅੰਦਰ ਬੜੀ ਤੀਬਰ ਇੱਛਾ ਸੀਗੀ। ਅਤੇ ਫਿਰ ਕਹਿੰਦੇ ਵੀ ਅਸੀਂ ਜਦੋਂ ਬਾਹਰ ਆਏ ਤਾਂ ਉੱਥੇ ਇੱਕ ਭਾਈ ਸਰਜੀਤ ਸਿੰਘ ਸੀ ਜਿਹੜੇ ਕਮਾਦ ਦੀ ਗੁਰਦੀ ਕਰ ਰਹੇ ਸੀ। ਕਹਿੰਦੇ ਅਸੀਂ ਉਹਨਾਂ ਨੂੰ ਜਾ ਫਤਿਹ ਬੁਲਾਈ ਅਤੇ ਉਹਨਾਂ ਨੂੰ ਕਹਿੰਦੇ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਆ ਅਤੇ ਉਹਨਾਂ ਨੂੰ ਦਸਵੰਧ ਭੇਟਾ ਕਰਨੀ ਆ। ਪਰ ਬਾਬਾ ਜੀ ਜਿਹੜੇ ਉਹ ਅੰਦਰ ਆਪਣੇ ਨਿਯਮ ਅਨੁਸਾਰ ਆਪਣੇ ਸਿਮਰਨ ਸਾਧਨਾ 'ਚ ਬੈਠ ਗਏ ਆ। ਅਤੇ ਇਸ ਕਰਕੇ ਅਗਰ ਤੁਸੀਂ ਬਾਬਾ ਜੀ ਦੇ ਪਾਸ ਸਾਡੀ ਬੇਨਤੀ ਕਰਦੇ ਹੋ, ਦਰਵਾਜ਼ਾ ਖੜਕਾ ਦਿਓ, ਅਤੇ ਹੋ ਸਕਦਾ ਬਾਬਾ ਜੀ ਸਾਡੀ ਗੱਲ ਸੁਣ ਕੇ ਬਾਹਰ ਆ ਜਾਣਗੇ। ਜਦੋਂ ਇੰਨੀ ਗੱਲ ਹੋਈ ਅਤੇ ਫਿਰ ਭਾਈ ਸਰਜੀਤ ਸਿੰਘ ਹੁਣਾਂ ਨੇ ਵੀ ਉਹੀ ਜਵਾਬ ਦਿੱਤਾ ਕਿ ਅਸੀਂ ਬਾਬਾ ਜੀ ਦੇ ਨਿਯਮਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਨਹੀਂ ਦੇ ਸਕਦੇ। ਹਾਂ, ਅਗਰ ਤੁਸੀਂ ਮਿਲਣਾ ਹੈਗਾ ਤਾਂ ਬਾਬਾ ਜੀ ਜਦੋਂ ਸਿਮਰਨ ਸਾਧਨਾ ਤੋਂ ਬਾਹਰ ਆਉਣਗੇ ਉਸ ਟਾਈਮ ਤੁਸੀਂ ਮਿਲ ਲੈਣਾ। ਜਦੋਂ ਇਹ ਵੀ ਜਿਹੜਾ ਜਵਾਬ ਕਹਿੰਦੇ ਭਾਈ ਸਰਜੀਤ ਸਿੰਘ ਹੁਣਾਂ ਸੁਣ ਕੇ ਕਹਿੰਦੇ ਅਸੀਂ ਦੁਬਾਰਾ ਫਿਰ ਗੁਰਦੁਆਰੇ ਸਾਹਿਬ ਆ ਗਏ। ਜਦ ਗੁਰਦੁਆਰੇ ਸਾਹਿਬ ਆਏ ਆ ਅਚਨਚੇਤ ਅਸੀਂ ਕਹਿੰਦੇ ਕੀ ਦੇਖਿਆ ਕਿ ਬਾਬਾ ਜੀ ਜੇ ਜਗ੍ਹਾ ਸਿਮਰਨ ਸਾਧਨਾ ਕਰਦੇ ਸੀ ਉਹਨਾਂ ਨੇ ਆਪਣਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੋਲ੍ਹ ਦਿੱਤਾ ਅਤੇ ਕਹਿੰਦੇ ਉੱਥੋਂ ਹੀ ਕਹਿੰਦੇ ਵੀ ਉਹਨਾਂ ਨੇ ਸਾਡੇ ਵੱਲ ਦੇਖਿਆ ਅਤੇ ਉੱਚੀ ਆਵਾਜ਼ ਰਹੀ ਗਿਆ। ਕਹਿੰਦੇ ਹਾਂ ਭਾਈ ਹਰੀ ਸਿੰਘ ਇਸ ਤਰ੍ਹਾਂ ਕਰੋ, ਇਹ ਜਿਹੜਾ ਦਸਵੰਧ ਹੈਗਾ ਸੇਵਾਦਾਰ ਨੂੰ ਫੜਾ ਦਿਓ ਅਤੇ ਤੁਸੀਂ ਸਾਡੇ ਪਾਸ ਆ ਜਾਓ। ਕਹਿੰਦੇ ਇੰਨੀ ਗੱਲ ਹੋਈ ਅਤੇ ਸਰਦਾਰ ਹਰੀ ਸਿੰਘ ਕਹਿਣਗੇ ਅਸੀਂ ਬੜੇ ਖੁਸ਼ ਹੋਏ ਅਤੇ ਬਾਬਾ ਜੀ ਕਹਿੰਦੇ ਵੀ ਸਾਡਾ ਬਾਂਹ ਫੜ ਕੇ ਸਾਨੂੰ ਆਪਣੇ ਅੰਦਰ ਲੈ ਗਏ। ਅੰਦਰ ਲਿਜਾ ਕੇ ਕਹਿੰਦੇ ਬਿਠਾ ਦਿੱਤਾ। ਜਦੋਂ ਬਿਠਾ ਦਿੱਤਾ ਫਿਰ ਕਹਿੰਦੇ ਬਾਬਾ ਜੀ ਨੇ ਸਾਡੇ ਨਾਲ ਗੱਲਬਾਤ ਸ਼ੁਰੂ ਕੀਤੀ। ਕਹਿਣ ਲੱਗੇ ਦੇਖ ਪ੍ਰੇਮੀਆਂ, ਅਗਰ ਤੁਸੀਂ ਹੈ ਨਾ ਗੁਰੂ ਘਰ ਆਉਣਾ ਹੋਵੇ ਕਿਸੇ ਨੇ ਵੀ, ਪਹਿਲੀ ਗੱਲ ਇਹ ਕਿ ਤੁਹਾਡੇ ਅੰਦਰ ਕਾਲਾਪਨ ਨਹੀਂ ਚਾਹੀਦਾ ਹੈਗਾ, ਕਿਉਂਕਿ ਕਾਲਾਪਨ ਦੇ ਨਾਲ ਇੱਕ ਤਾਂ ਜਿਹੜੇ ਕਹਿੰਦੇ ਅਸੀਂ ਪਰੇਸ਼ਾਨ ਹੋਏ ਹਾਂ, ਦੂਸਰਾ ਗੱਲ ਇਹ ਹੈਗੀ ਆ ਕਿ ਤੂੰ ਆਪ ਪਰੇਸ਼ਾਨ ਹੋਇਆ ਹੈਗਾ, ਕਿਉਂਕਿ ਤੈਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਟਾਈਮ ਸਿਮਰਨ ਸਾਧਨਾ ਵਿੱਚ ਕਿੰਨੇ ਆਨੰਦ ਵਿੱਚ ਬੈਠੇ ਸੀ, ਪਰ ਤੇਰੇ ਮਨ ਦੀਆਂ ਜਿਹੜੀਆਂ ਵਿਚਾਰਾਂ ਸੀਗੀਆਂ ਸਾਡੇ ਆਨੰਦ ਨੂੰ ਭੰਗ ਕਰ ਰਹੀਆਂ ਸੀਗੀਆਂ। ਇਸ ਕਰਕੇ ਕਹਿੰਦੇ ਵੀ ਅਸੀਂ ਇਹ ਦਰਵਾਜ਼ਾ ਖੋਲ੍ਹਿਆ ਹੈਗਾ। ਸੋ ਦੂਸਰੀ ਗੱਲ ਕਹਿੰਦੇ ਬਾਬਾ ਜੀ ਨੂੰ ਸਾਨੂੰ ਆਖੀ ਸੀ ਕਿ ਹਾਂ ਦਸਵੰਧ ਕੱਢਣਾ ਜਿਹੜਾ ਬਹੁਤ ਚੰਗੀ ਗੱਲ ਵਾ, ਤੁਸੀਂ ਵੀ ਦਸਵੰਧ ਲੈ ਕੇ ਆਏ ਆ, ਗੁਰੂ ਘਰ ਦੀ ਸੇਵਾ ਵਿੱਚ ਲੱਗੇਗਾ। ਪਰ ਦੂਸਰੀ ਗੱਲ ਇਹ ਹੈਗੀ ਕਿ ਅਗਰ ਤੁਸੀਂ ਇਹ ਦਸਵੰਧ ਮੈਨੂੰ ਦੇਣ ਦੀ ਬਜਾਏ ਸਿੱਧਾ ਗੋਲਕ 'ਚ ਪਾ ਦਿੰਦੇ ਤਾਂ ਕੋਈ ਹਰਜ ਨਹੀਂ ਸੀ। ਕਿਉਂਕਿ ਸਤਿਗੁਰੂ ਅੰਤਰਜਾਮੀ ਆ, ਉਹਨਾਂ ਨੇ ਤੁਹਾਡੀ ਹਾਜ਼ਰੀ ਦਸਵੰਧ ਦੀ ਤਾਂ ਲਾ ਹੀ ਦੇਣੀ ਸੀ। ਤਾਂ ਫਿਰ ਕਹਿੰਦੇ ਇਸ ਤਰ੍ਹਾਂ ਬਚਨ ਕਰਦੇ ਕਰਦੇ ਬਾਬਾ ਹਰਨਾਮ ਸੋਹਣਾ ਨੇ ਕਹਿੰਦੇ ਸਾਨੂੰ ਇਹ ਆਖਿਆ, ਕਹਿਣ ਲੱਗੇ ਕਹਿੰਦੇ ਦੇਖ, ਅਗਰ ਤੇਰੇ ਦਰਸ਼ਨਾਂ ਦੀ ਮਨ ਦੇ ਵਿੱਚ ਖਿੱਚ ਸੀਗੀ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲੈਂਦੇ ਅਤੇ ਇਹਦੇ ਨਾਲ ਹੀ ਤੁਹਾਡੇ ਅੰਦਰ ਧਰਵਾਸ ਬਣ ਜਾਣਾ ਸੀ ਅਤੇ ਤੁਹਾਨੂੰ ਕਿਸੇ ਦੇ ਸਰੀਰਕ ਦਰਸ਼ਨਾਂ ਦੀ ਖਿੱਚ ਨਹੀਂ ਸੀ ਪੈਣੀ। ਜਦੋਂ ਕਹਿੰਦੇ ਇਸ ਤਰ੍ਹਾਂ ਦੇ ਭਜਨ ਬਾਬਾ ਜੀ ਨੇ ਕੀਤੇ, ਫਿਰ ਸਰਦਾਰ ਹਰੀ ਸਿੰਘ ਕਹਿਣ ਲੱਗੇ ਕਿ ਸਾਨੂੰ ਮਹਾਂਪੁਰਖਾਂ ਦੀਆਂ ਇਹ ਜਿਹੜੀਆਂ ਵੀ ਬਚਨ ਦੀਆਂ ਗੱਲਾਂ ਸੀ ਇਹ ਸੁਣ ਕੇ ਕਹਿੰਦੇ ਬੜਾ ਧਰਵਾਸ ਆਇਆ। ਉਸ ਤੋਂ ਬਾਅਦ ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਜਿਹੜੀ ਸੀ ਇਹ ਵਿਚਾਰ ਕੀਤੀ ਕਿ ਅੱਜ ਤੋਂ ਬਾਅਦ ਬਾਬਾ ਜੀ ਨੇ ਜੋ ਸਾਨੂੰ ਨਸੀਹਤਾਂ ਦਿੱਤੀਆਂ ਹੈ ਨਾ, ਇਹਨਾਂ ਨਸੀਹਤਾਂ ਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈਗਾ। ਕਿਉਂਕਿ ਮਹਾਂਪੁਰਖ ਜਦੋਂ ਭਜਨ ਬੰਦਗੀ 'ਚ ਬਹਿੰਦੇ ਆ, ਅਕਾਲ ਪੁਰਖ ਨਾਲ ਜੁੜੇ ਆ, ਇਸ ਆਨੰਦ ਦੇ ਵਿੱਚ ਜੁੜੇ ਹੁੰਦੇ ਆ ਅਤੇ ਉਹਨਾਂ ਦੇ ਆਨੰਦ ਨੂੰ ਭੰਗ ਕਰਨ ਦਾ ਜੋ ਵੀ ਕਹਿੰਦੇ ਪਾਪ ਸਾਨੂੰ ਲੱਗਦਾ ਹੈ ਨਾ, ਇਹ ਫਿਰ ਪਾਪ ਜਿਹੜਾ ਹੈਗਾ ਕਹਿੰਦੇ ਵੀ ਇਸ ਪਾਪ ਤੋਂ
ਫਿਰ ਸਾਨੂੰ ਕੌਣ ਬਚਾ ਸਕਦਾ ਹੈਗਾ? ਇਸ ਪਾਪ ਤੋਂ ਤਾਂ ਕੇਵਲ ਮਹਾਂਪੁਰਖ ਹੀ ਬਚਾ ਸਕਦੇ ਆ, ਕਿਉਂਕਿ ਪਰਮੇਸ਼ਰ ਜਾਣੀ ਜਾਣੂ ਜਾਣਦੇ ਆ ਕਿ ਮੇਰੇ ਪਿਆਰੇ ਦੇ ਆਨੰਦ ਵਿੱਚ ਬੈਠੇ ਹੋਏ ਕਿਸੇ ਵੀ ਪ੍ਰਾਣੀ ਨੂੰ ਅਗਰ ਕੋਈ ਚਾਹੇ ਮਨ ਕਰਕੇ ਵੀ ਉਹ ਵਿਨਾਸ਼ਕਾਰੀ ਵਿਘਨਕਾਰੀ ਆਪਣੀ ਮਨ ਦੀਆਂ ਤਰੰਗਾਂ ਦੇ ਨਾਲ ਠੇਸ ਪਹੁੰਚਾਉਂਦਾ ਹੈ ਤੇ ਉਹਦਾ ਜੋ ਕਰਮ ਫਲ ਬਣ ਜਾਂਦਾ ਹੈਗਾ ਉਹ ਫਿਰ ਸਮੇਂ ਅਨੁਸਾਰ ਉਸ ਨੂੰ ਫਿਰ ਭੋਗਣਾ ਪੈਂਦਾ ਹੈ। ਸੋ ਕਹਿੰਦੇ ਉਸ ਤੋਂ ਬਾਅਦ ਫਿਰ ਅਸੀਂ ਮਹਾਂਪੁਰਖਾਂ ਦੇ ਪਾਸੋਂ ਮਾफ़ੀ ਮੰਗੀ ਕਿ ਅੱਗੇ ਤੋਂ ਮੈਂ ਜਦੋਂ ਵੀ ਆਪ ਜੀ ਦੇ ਪਾਸ ਆਊਂਗਾ, ਦਰਸ਼ਨ ਕਰਨ ਆਊਂਗਾ, ਅਤੇ ਕਦੀ ਮਨ ਦੇ ਵਿੱਚ ਕਾਲਾਪਨ ਲੈ ਕੇ ਨਹੀਂ ਆਊਂਗਾ। ਆਪ ਜੀ ਨੇ ਜੋ ਸਾਨੂੰ ਬਚਨ ਹਦਾਇਤਾਂ ਦਿੱਤੀਆਂ ਉਹਦੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਉਸ ਤੋਂ ਬਾਅਦ ਫਿਰ ਸਰਦਾਰ ਹਰੀ ਸਿੰਘ ਕਹਿਣ ਲੱਗੇ ਸੀ ਕਿ ਫਿਰ ਮੈਂ ਇਤ ਆਦਿਕ ਮਹਾਂਪੁਰਖਾਂ ਤੋਂ ਖਿਮਾ ਜਾਚਨਾ ਕਰਕੇ ਫਿਰ ਆਪਣੇ ਪਿੰਡ ਗੋਂਦਵਾਲ ਚਲੇ ਗਿਆ ਸੀ। ਉਸ ਤੋਂ ਬਾਅਦ ਕਹਿੰਦੇ ਕਿਉਂਕਿ ਮੇਰੀ ਏਅਰ ਫੋਰਸ ਦੇ ਵਿੱਚ ਨੌਕਰੀ ਸੀਗੀ, ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਫਿਰ ਮੈਂ ਪਹਿਲੀ ਬੱਸ ਫੜ ਕੇ ਜਿਹੜਾ ਸੀਗਾ ਉਹ ਆਪਣੀ ਨੌਕਰੀ ਡਿਊਟੀ ਬੱਸ 'ਤੇ ਚਲੇ ਗਿਆ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਜੋ ਵੀ ਜਗਿਆਸੂ ਆਇਆ, ਮਹਾਂਪੁਰਖਾਂ ਨੇ ਕਿਵੇਂ ਬਹੁਤ ਹੀ ਬੜੇ ਪਿਆਰ ਔਰ ਸਲੀਕੇ ਦੇ ਨਾਲ, ਬੜੇ ਗਹਿਰੇ ਬਚਨਾਂ ਦੇ ਨਾਲ ਉਹਨਾਂ ਦੇ ਮਨਾਂ ਨੂੰ ਇਸ ਤਰ੍ਹਾਂ ਸਮਝਾਇਆ, ਇਸ ਤਰ੍ਹਾਂ ਉਹਨਾਂ ਦੇ ਮਨਾਂ ਨੂੰ ਗੁਰੂ ਦੇ ਬਚਨਾਂ ਦੇ ਨਾਲ ਬੰਨ੍ਹਿਆ ਹੈਗਾ ਕਿ ਉਹ ਜਿਹੜੇ ਪ੍ਰੇਮੀ ਹਨ ਅੱਜ ਵੀ ਮਹਾਂਪੁਰਖਾਂ ਦੇ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਸੰਭਾਲੇ ਹੋਏ ਆ। ਅਤੇ ਉਹ ਦੱਸਦੇ ਆ ਕਿ ਬਾਬਾ ਮਹਾਨ ਨਾਮ ਸੁਣਾ ਨੇ ਜਿਹੜੀਆਂ ਜੀਵਨ ਸੇਧਾਂ ਦਿੱਤੀਆਂ ਹੈਗੀਆਂ ਆਪਣੇ ਜਗਿਆਸਿਆਂ ਨੂੰ, ਸ਼ਾਇਦ ਹੀ ਕੋਈ ਸੰਤ ਮਹਾਂਪੁਰਖ ਜਿਹੜੇ ਆ ਇਸ ਤਰ੍ਹਾਂ ਇਕੱਲੇ ਇਕੱਲੇ ਪ੍ਰਾਣੀ ਨੂੰ ਇਹ ਜੀਵਨ ਸੇਧ ਦੇ ਸਕਦਾ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਖਿਮਾ ਦੇ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।